ਇੱਕ ਦਫਾ ਦਾ ਜ਼ਿਕਰ ਹੈ, ਇੱਕ ਬਾਦਸ਼ਾਹ ਕਿਤੋਂ ਗੁਜ਼ਰ ਰਿਹਾ ਸੀ ਤੇ ਉੱਥੋਂ ਇੱਕ ਕੋਲੋਂ ਇੱਕ ਕੁਮਾਰ ਗੁਜ਼ਰਿਆ ਜਿਹਨੇ ਅੱਗੇ ਖੋਤਿਆਂ ਦੀ ਲੈਣ ਜਿਹੜੀ ਉਹ ਲਾਈ ਸੀ ਤੇ ਉਹਨਾਂ ਨੂੰ ਕਿਤੇ ਲੈ ਕੇ ਜਾ ਰਿਹਾ ਸੀ। ਬਾਦਸ਼ਾਹ ਨੇ ਜਦੋਂ ਵੇਖਿਆ ਨਾ ਕਿ ਖੋਤੇ ਜਿਹੜੇ ਨੇ ਬੜੇ ਡਿਸਪਲਿਨ ਦੇ ਨਾਲ ਇੱਕ ਕਤਾਰ ਦੇ ਵਿੱਚ ਚੱਲ ਰਹੇ ਨੇ, ਤੇ ਉਹਨੇ ਸੋਚਿਆ ਕਿ ਜਿਹੜਾ ਬੰਦਾ ਇਸ ਤਰ੍ਹਾਂ ਦੇ ਜਾਨਵਰ ਨੂੰ ਇੰਜ ਸੁਧਾਰ ਸਕਦਾ, ਸਿੱਧਾ ਕਰ ਸਕਦਾ, ਤੇ ਯਕੀਨਨ ਉਹ ਮੇਰੇ ਮੁਲਕ ਦੀ ਆਵਾਮ ਜਿਹੜੀ ਹੈ ਉਹਨੂੰ ਵੀ ਸੁਧਾਰ ਸਕਦਾ। ਉਹਨੇ ਉਸ ਘੁਮਿਆਰ ਨੂੰ ਕਿਹਾ ਕਿ ਮੈਂ ਤੈਨੂੰ ਕਾਜ਼ੀ ਮੁਕਰਰ ਕਰਨਾ ਚਾਹੁੰਦਾ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਅਗਰ ਮੈਨੂੰ ਕਾਜ਼ੀ ਮੁਕਰਰ ਕਰਨਾ ਚਾਹੁੰਦਾ ਤੇ ਫਿਰ ਮੇਰੀ ਇੱਕ ਸ਼ਰਤ ਹੈ ਕਿ ਮੈਂ ਫੈਸਲੇ ਆਪਣੇ ਤਰੀਕੇ ਨਾਲ ਕਰਾਂਗਾ, ਲੇਕਿਨ ਇਹ ਵਾਅਦਾ ਕਰਨਾ ਕਿ ਆਵਾਮ ਜਿਹੜੀ ਹੈ ਤੇਰੇ ਮੁਲਕ ਦੀ ਉਹ ਸੁਧਰ ਜਾਏਗੀ। ਬਾਦਸ਼ਾਹ ਕਿਹਾ ਮਨਜ਼ੂਰ ਹੈ। ਖੈਰ ਉਹ ਘੁਮਿਆਰ ਕਾਜ਼ੀ ਮੁਕਰਰ ਹੋ ਗਿਆ। ਪਹਿਲਾ ਮੁਕੱਦਮਾ ਆਇਆ, ਕੋਈ ਇੱਕ ਦੌਲਤਮੰਦ ਸ਼ਖਸ ਸੀ, ਉਹਦੇ ਤੇ ਇਲਜ਼ਾਮ ਸੀ ਚੋਰੀ ਦਾ। ਜਦੋਂ ਉਹਨੂੰ ਉਹ ਕਾਜ਼ੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਜਦੋਂ ਫੈਸਲਾ ਸੁਣਾਉਣ ਦਾ ਟਾਈਮ ਆਇਆ ਤੇ ਜਿਹੜਾ ਬਾਦਸ਼ਾਹ ਦਾ ਵਜ਼ੀਰ ਸੀ ਉਹ ਕਾਜ਼ੀ ਦੇ ਕੰਨ 'ਚ ਜਾ ਕੇ ਤੇ ਹਲਕਾ ਜਾਂਦਾ ਕਿ ਕਾਜ਼ੀ ਸਾਹਿਬ ਜ਼ਰਾ ਹੱਥ ਹੌਲਾ ਰੱਖਿਆ ਜੇ, ਬੰਦਾ ਆਪਣੇ ਤਲਕ ਵਾਲਾ। ਉਸ ਕਾਜ਼ੀ ਨੇ ਫੈਸਲਾ ਕੀਤਾ, ਉਹਨੇ ਕਿਹਾ ਕਿ ਇਹ ਜਿਹੜਾ ਚੋਰ ਹੈ ਇਹਦੇ ਹੱਥ ਕੱਟ ਦਿਓ ਤੇ ਇਹ ਜਿਹੜਾ ਸਿਫਾਰਿਸ਼ ਕਰਨ ਵਾਲਾ ਵਜ਼ੀਰ ਹੈ ਇਹਦੀ ਜ਼ੁਬਾਨ ਕੱਟ ਦਿਓ। ਚੁਨਾਚੇ ਉਸ ਸਜ਼ਾ 'ਤੇ ਅਮਲ ਕੀਤਾ ਗਿਆ, ਲੇਕਿਨ ਉਸ ਦਿਨ ਤੋਂ ਬਾਅਦ ਨਾ ਕਿਸੇ ਬੰਦੇ ਉਸ ਮੁਲਕ ਵਿੱਚ ਚੋਰੀ ਕੀਤੀ ਤੇ ਨਾ ਕਿਸੇ ਨੇ ਚੋਰ ਦੀ ਜਾਂ ਕਿਸੇ ਹੋਰ ਮੁਜਰਮ ਦੀ ਸਿਫਾਰਿਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਟਾਈਮ ਸਾਡੇ ਮੁਲਕ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੁਕਮਰਾਨ ਦੀ ਜ਼ਰੂਰਤ ਹੈ ਕਿ ਜਿਹੜਾ ਚੋਰ ਦਾ ਹੱਥ ਵੀ ਕੱਟ ਸਕੇ, ਤੇ ਉਸ ਤੋਂ ਜ਼ਿਆਦਾ ਜ਼ਰੂਰੀ ਇਹ ਵੇ ਕਿ ਜਿਹੜਾ ਸਿਫਾਰਿਸ਼ ਕਰਨ ਵਾਲਾ, ਜਿਹੜਾ ਮੁਜਰਮ ਦੀ ਸਿਫਾਰਿਸ਼ ਕਰਨ ਵਾਲਾ, ਉਹਦੀ ਜ਼ੁਬਾਨ ਕੱਟੀ ਜਾਏ। ਫਿਰ ਇਸ ਮੁਲਕ ਦੇ ਹਾਲਾਤ ਜਿਹੜੇ ਨੇ ਬਿਹਤਰ ਹੋਣਗੇ।